ਵਾਹਿਗੁਰੂ ਸਾਹਿਬ ਜੀ। ਤੇ ਜਨ ਜਾਚੋ ਜਗਤਰ ਪਰ ਜਾਨੀਅਤ, ਬਾਸਰ ਰਾਇਨ ਬਾਸ ਜਾਂ ਕੋ ਹਿਤ ਨਾਮ ਸਿਉ। ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ। ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ। ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ, ਉਪਮਾ ਮਹਾਨ ਸ਼ਵਰ ਸ਼ਤਰ ਤਖਤ ਦੇ ਮਾਲਕ, ਗਦੀ ਤੇ ਬਿਰਾਜਮਾਨ ਸ਼ਬਦਾ ਅਵਤਾਰ ਸ਼ਬਦ ਗੁਰੂ। ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂਜਨ ਗੁਰੂ ਪਿਆਰਿਓ, ਗੁਰੂ ਸਵਾਰਿਓ। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਨੂੰ ਮੁੱਖ ਰੱਖਦਿਆਂ ਸ਼ਹੀਦੀ ਦਾ ਕਾਰਨ ਕੀ ਹੈ, ਕਿਸ ਕਾਰਨ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਆਪਾਂ ਇਸ ਵਿਸ਼ੇ ਨੂੰ ਲੈ ਕਰਕੇ ਇਸ ਆਰੰਭ ਕੀਤਾ ਹੈ ਕਿ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦੀ ਦਾ ਤੇ ਸਾਨੂੰ ਪਤਾ ਹੀ ਹੈ, ਹੋਈ ਹੈ, ਹਰ ਸਾਲ ਮਨਾਈ ਜਾ ਰਹੇ ਹਾਂ। ਪਰ ਕਾਰਨ ਕੀ ਸੀ, ਕਿਉਂ ਹੋਈ? ਆਓ, ਇੱਕ ਭੱਟ ਮਥੁਰਾ ਜੀ ਹਨ ਜਿਹੜੇ ਇੰਨਿਓ ਨੇੜਿਓਂ ਹੋ ਕੇ ਵੇਖ ਰਹੇ ਨੇ, ਇੱਕ ਉਹ ਨੇ ਜਿਹੜੇ ਤਤੀ ਤੇ ਤਵੀ ਤੇ ਬਿਠਾ ਕੇ ਤੱਤਾ ਰੇਤਾ ਪਾ ਰਹੇ ਨੇ। ਹੁਣ ਮੈਂ ਆਹ ਸਵਈਆ ਆਪ ਨਾਲ ਜੋ ਸਾਂਝਾ ਕੀਤਾ ਹੈ ਮੰਗਲਾ ਚਰਨ ਦੇ ਰੂਪ ਵਿੱਚ, ਆਓ ਇਸ ਦਾ ਆਧਾਰ ਬਣਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਗਾਈਏ। ਸਾਰੇ ਹੀ ਪਹਿਲਾਂ ਰਸਨਾ ਨੂੰ ਸਫਲਾ ਕਰ ਲਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ, ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ। ਇਹ ਭੱਟ ਮਥੁਰਾ ਜੀ ਕਹਿੰਦੇ ਨੇ, ਮਥੁਰਾ ਕੋ ਪ੍ਰਭ, ਹੇ ਦੁਨੀਆ ਦੇ ਲੋਕੋ, ਭੱਟ ਮਥੁਰਾ ਜੀ ਕਹਿੰਦੇ ਨੇ ਮੇਰਾ ਤੇ ਰੱਬ ਹੀ ਗੁਰੂ ਅਰਜਨ ਸਾਹਿਬ ਹੈ। ਮਥੁਰਾ ਕੋ ਪ੍ਰਭ, ਜਿਸ ਵਿਸ਼ਰਾਮ ਲਾ ਕੇ ਇਹਨੂੰ ਪੜਾਂਗੇ ਨਾ ਤਾਂ ਇਹਦੇ ਅਰਥ ਬਣਨਗੇ। ਕਿਆ ਮਥੁਰਾ ਕੋ ਪ੍ਰਭ, ਭੱਟ ਮਥੁਰਾ ਜੀ ਕਹਿੰਦੇ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਰਬ ਮੈਂ ਅਰਜੁਨ ਗੁਰ, ਅਰਜੁਨ ਗੁਰ, ਗੁਰੂ ਅਰਜਨ ਸਾਹਿਬ ਮਹਾਰਾਜ ਉਹ ਸਰਬ ਵਿਆਪਕ ਨੇ।
ਹੁਣ ਮੈਂ ਕਾਰਨ ਇਹ ਲਿਆ ਹੈ ਕਿ ਇੱਕ ਤਤੀ ਤਵੀ ਤੇ ਬਿਠਾ ਕੇ ਤੱਤਾ ਰੇਤਾ ਪਾ ਰਿਹਾ ਭੜਪੂੰਜੇ ਦੇ ਕੋਲੋਂ। ਇੱਕ ਉਹੋ ਹੀ ਹੈ ਕਿ ਇਸ ਇੰਨਾ ਨੇੜਿਓਂ ਹੋ ਕੇ ਵੇਖ ਰਿਹਾ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਪਟ ਮਥਰਾ ਉਹ ਕਹਿ ਰਿਹਾ ਸਰਬ ਮੈਂ ਅਰਜਨ ਗੁਰ। ਸਰਬ ਮੈਂ ਦਾ ਅਰਥ ਕਰਾਂਗੇ ਸਾਰਿਆਂ ਵਿੱਚ ਵਿਆਪਕ, ਸਭ ਥਾਵਾਂ ਤੇ ਰਮਿਆ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਸਰਬ ਵਿਆਪਕ ਨੇ। ਸਰਬ ਵਿਆਪਕ ਤੋਂ ਭਾਵ ਹੈ ਪ੍ਰਮਾਤਮਾ ਆਪ ਰੂਪ ਨੇ। ਹੁਣ ਦ੍ਰਿਸ਼ਟੀ ਵੇਖਣ ਦੀ ਹੈ। ਅਸੀਂ ਪੜ੍ਹਦੇ ਹਾਂ ਨਾ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠਾ ਸਭ ਦੁੱਖ ਜਾਏ। ਡਿਠਾ ਮੀਨਸ ਵੇਖਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਵੀ ਵੇਖਿਆ ਸੀ ਜਦੋਂ ਜਲਾਦ ਉਹਨਾਂ ਦੇ ਉੱਤੇ ਵਾਰ ਕਰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੀ ਵੇਖਿਆ ਜਾ ਰਿਹਾ ਹੈ, ਜਿਹੜਾ ਤੱਤਾ ਰੇਤਾ ਵੀ ਪਾ ਰਿਹਾ ਹੈ, ਜਿਹੜਾ ਹੁਕਮ ਵੀ ਦੇ ਰਿਹਾ ਹੈ, ਜਿਹੜਾ ਪਾਣੀ ਵਿੱਚ ਉਬਾਲ ਵੀ ਰਿਹਾ। ਵੇਖ ਉਹ ਵੀ ਰਹੇ ਨੇ, ਪਰ ਵੇਖਣ ਦੇ ਵਿੱਚ ਫਰਕ ਹੈ। ਅਸੀਂ ਪੜ੍ਹਦੇ ਹਾਂ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਮੀਨਸ ਵੇਖਣਾ। ਵੇਖਣਾ ਹੁਣ ਕਿਸ ਤਰ੍ਹਾਂ ਵੇਖਿਆ, ਵੇਖਣ ਦੇ ਵਿੱਚ ਫਰਕ ਹੈ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਵੇਸਾ। ਹੁਣ ਜਿਹੜਾ ਪਾਸ ਨੇੜਿਓਂ ਹੋ ਕੇ ਵੇਖਦਾ ਉਹ ਸਾਰਾ ਕੁਝ ਭੁਲਾ ਬਹਿੰਦਾ ਏ। ਕੇਵਲ ਉਹਦੇ ਮਨ, ਉਹਦੇ ਅੰਦਰ ਇੱਕ ਨਿਰੰਕਾਰ ਕਰਤਾਰ ਦੀ ਰਹਿਮਤ ਸ਼ੁਰੂ ਹੋ ਜਾਂਦੀ ਹੈ। ਕਰਤਾਰ ਪਰਵਦਗਾਰ ਦਾ ਚੇਤਾ ਆ ਜਾਂਦਾ ਹੈ। ਗੱਲ ਕੀ ਹੈ? ਵੇਖਣ ਦੀ। ਵੇਖਦਾ ਮਨੁੱਖ ਜਦੋਂ ਹੈ, ਹੁਣ ਆ ਸੁਰਤ ਰੂਪੀ ਨੇਤਰਾਂ ਨਾਲ ਮਾਲਕ ਨੂੰ ਵੇਖਿਆ ਜਾ ਸਕਦਾ। ਇਹਨਾਂ ਨੇਤਰਾਂ ਨਾਲ ਨਹੀਂ ਜਿਹੜੇ ਨੇਤਰਾਂ ਨਾਲ ਅਸੀਂ ਸੰਸਾਰ ਵੇਖਦੇ ਹਾਂ। ਨਿਰੰਕਾਰ ਨੂੰ ਵੇਖਣਾ ਹੈ ਤੇ ਸੁਰਤ ਰੂਪੀ ਨੇਤਰਾਂ ਨੂੰ ਖੋਲ ਕੇ ਵੇਖਣਾ ਪਏਗਾ। ਪਰਵਦਗਾਰ ਨੂੰ ਮਿਲਣਾ ਹੈ ਤੇ ਜਿਹੜੇ ਸੁਰਤ ਰੂਪੀ ਨੇਤਰ ਨੇ ਉਹਨਾਂ ਨੂੰ ਖੋਲਣਾ ਪੈਣਾ ਹੈ। ਭੱਟ ਮਥੁਰਾ ਦੇ ਸੁਰਤ ਰੂਪੀ ਨੇਤਰ ਖੋਲੇ ਨੇ ਤੇ ਉਹ ਕਹਿੰਦੇ ਨੇ ਮਥੁਰਾ ਕੋ ਪ੍ਰਭ। ਮਥੁਰਾ ਦਾ ਰੱਬ ਕੌਣ ਹੈ? ਅਰਜਨ ਗੁਰ। ਗੁਰੂ ਅਰਜਨ ਸਾਹਿਬ ਸਰਬ ਮੈਂ, ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਭਗਤ ਕਾ ਹੇਤ ਭਗਤੀ ਦੀ ਪ੍ਰਾਪਤੀ ਲਈ ਪਾਏ ਰਹਿਓ ਮਿਲ ਰਾਮ ਸਿਉ। ਭਗਤੀ ਦੀ ਪ੍ਰਾਪਤੀ ਲਈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਸਰਬ ਵਿਆਪਕ ਪਰਮਾਤਮਾ ਦੇ ਵਿੱਚ ਲੀਨ ਹੋਏ ਪਏ ਨੇ। ਉਹ ਸਰਬ ਵਿਆਪਕ ਵਿੱਚ ਇੱਕ ਮਿਕ ਹੋਏ ਪਏ ਨੇ। ਤੇ ਭੱਟ ਮਥੁਰਾ ਜੀ ਕੀ ਕਹਿ ਰਹੇ ਨੇ? ਤੇ ਜਨ ਜਾਚੋ। ਹੇ ਲੋਗੋ, ਉਸ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰ ਤੋਂ ਮੰਗੋ। ਹੁਣ ਮੈਂ ਇੰਨੀ ਗੱਲ ਕਹੀ ਹੈ ਨਾ, ਵੇਖਣ ਵਿੱਚ ਫਰਕ ਹੈ। ਇੱਕ ਭੜਪੂੰਜਾ ਰੇਤਾ ਪਾ ਰਿਹਾ, ਵੇਖੋ ਵੀ ਰਿਹਾ ਹੈ। ਤਤੀ ਤਵੀ ਤੇ ਵੀ ਬਿਠਾਇਆ ਜਾ ਰਿਹਾ, ਵੇਖੋ ਵੀ ਰਿਹਾ ਹੈ। ਪਰ ਭੱਟ ਮਥੁਰਾ ਕਿੰਨਾ ਨੇੜਿਓਂ ਵੇਖ ਰਹੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਕਹਿੰਦੇ ਨੇ ਹੇ ਲੋਗੋ ਜਾਚੋ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰ ਤੋਂ ਮੰਗੋ ਜੇ ਮੰਗਣਾ ਹੀ ਹੈ। ਤੇ ਜੇ ਮੰਗਣੀ ਆਏ ਹੋ ਤੇ ਪੜ੍ਹਦੇ ਆ ਨਾ ਅਸੀਂ, ਮੰਗਣਾ ਮੰਗਨ ਨੀਕਾ। ਜੇ ਮੰਗਣਾ ਹੈ ਤੇ ਚੰਗੀ ਗੱਲ ਹੈ, ਮੰਗੋ, ਪਰ ਉਹ ਮੰਗੋ ਜਿਹੜਾ ਨਾਲ ਨਿਭ ਜਾਵੇ। ਜਾਗਣਾ ਜਾਗਨ ਨੀਕਾ। ਚੰਗੀ ਗੱਲ ਹੈ ਜਾਗਣਾ, ਪਰ ਉੱਥੇ ਜਾਗੋ ਜਿੱਥੇ ਗੁਰੂ ਦੇ ਨਾਲ ਸੁਰਤ ਜੁੜ ਜਾਵੇ। ਲਾਗਣਾ ਲਾਗਨ ਨੀਕਾ। ਚੰਗੀ ਗੱਲ ਹੈ ਮਨ ਲਾਉਣਾ, ਪਰ ਉੱਥੇ ਲਾਵੋ ਜਿੱਥੇ ਮਨ ਲੱਗ ਜਾਵੇ ਤੇ ਨਿਰੰਕਾਰ ਦੀ ਪ੍ਰਾਪਤੀ ਹੋ ਜਾਵੇ। ਤਿਆਗਨਾ ਤਿਆਗਨ ਨੀਕਾ। ਚੰਗੀ ਗੱਲ ਹੈ ਤਿਆਗ ਕਰਨਾ, ਪਰ ਤਿਆਗ ਉਹਦਾ ਕੀਤਾ ਜਾਵੇ ਜਿਸ ਨੂੰ ਅਸੀਂ ਕਹਿੰਦੇ ਹਾਂ ਕਾਮ ਕ੍ਰੋਧ ਲੋਭ ਤਿਆਗਣਾ। ਹੁਣ ਭੱਟ ਮਥੁਰਾ ਜੀ ਕਹਿੰਦੇ ਨੇ ਤਿਆਗਣਾ ਚੰਗੀ ਗੱਲ ਹੈ। ਤਿਆਗ ਕਿਹਦਾ ਕਰਨਾ? ਇਹ ਸੰਸਾਰ ਦਾ ਨਹੀਂ, ਪਰਿਵਾਰ ਦਾ ਨਹੀਂ, ਜੰਗਲਾਤ ਵਿੱਚ ਜਾ ਕੇ ਨਹੀਂ ਬਹਿਣਾ। ਤਿਆਗ ਕਰਨਾ ਹੈ ਕਾਮ ਕ੍ਰੋਧ ਲੋਭ ਤਿਆਗਣਾ। ਹੁਣ ਭੱਟ ਮਥੁਰਾ ਜੀ ਵੇਖ ਰਹੇ ਨੇ
ਵੀ ਜਿਹੜੇ ਬਾਹਰੋਂ ਜਿਨ੍ਹਾਂ ਦਾ ਲਿਬਾਸ ਹੋਰ ਹੈ, ਅੰਦਰੋਂ ਹੋਰ ਹੈ, ਉਹਨਾਂ ਨੇ ਜਿਸ ਚੀਜ਼ ਨੂੰ ਤਿਆਗਣਾ ਸੀ ਉਹਨਾਂ ਨੂੰ ਤੇ ਤਿਆਗਿਆ ਹੀ ਨਹੀਂ। ਕਾਮ ਕ੍ਰੋਧ ਤੇ ਲੋਭ ਇਹਨਾਂ ਦੇ ਅੰਦਰ ਹੈ। ਸਿੱਧ ਸ਼ੋਪ ਬੈਠੀ ਪਰਬਤੇ, ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਜਿਹੜੇ ਨੇ ਜਗਤ ਨੂੰ ਪਾਰ ਉਤਾਰਨ ਦੀ ਜਿਹੜੇ ਸਿੱਧ ਸਨ, ਉਹਨਾਂ ਨੇ ਗੱਲ ਨਾ ਕੀਤੀ, ਉਹ ਤੇ ਪਰਬਤਾਂ ਦੇ ਵਿੱਚ ਲੁਕ ਕੇ ਛੁਪ ਕੇ ਬਹਿ ਗਏ। ਪਾਤਸ਼ਾਹ ਨੂੰ ਇਹ ਗੱਲ ਕਹਿਣੀ ਪਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਥਾਏ ਭੱਟ ਜਨ ਕਹਿੰਦੇ ਨੇ, ਤੇ ਜਨ ਜਾਚੋ ਹੇ ਲੋਗੋ, ਉਸ ਗੁਰੂ ਨਾਨਕ ਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰ ਤੋਂ ਮੰਗੋ, ਜਾਗਤ ਜਗਤਰ ਪਰ ਜਾਨੀਅਤ। ਜਗਤਰ ਤੋਂ ਭਾਵ ਹੈ ਸੰਸਾਰ ਦੇ ਵਿੱਚ ਜੋ ਪ੍ਰਗਟ ਨੇ। ਮੰਗਣਾ ਮਾੜਾ ਨਹੀਂ ਹੈ। ਜਾਚਕ ਮੰਗੈ ਦਾਨ ਦੇ ਪਿਆਰਿਆ, ਮੈਂ ਦੇਵਨ ਹਾਰ ਦਤਾਰ ਨਿਤ ਚਤਾਰਿਆ। ਜਾਚਕ ਨੂੰ, ਜਾਚਕ ਮੀਨਸ ਮੰਗਣਾ, ਮੰਗਣ ਵਾਲਾ। ਪਰ ਅਸੀਂ ਮੰਗ ਉਹ ਨਹੀਂ ਮੰਗ ਸਕੇ ਅੱਜ ਤੱਕ। ਜੇ ਦਾਤੇ ਕੋਲੋਂ ਅਸੀਂ ਦਾਤਾਂ ਮੰਗਦੇ ਹਾਂ, ਮੰਗਣੀਆਂ ਚਾਹੀਦੀਆਂ ਨੇ, ਕੋਈ ਪ੍ਰੋਬਲਮ ਨਹੀਂ। ਹਰ ਕੋਈ ਮੰਗਦਾ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਪਰ ਜਿੱਥੇ ਦਾਤੇ ਕੋਲੋਂ ਦਾਤਾਂ ਮੰਗਦੇ ਆ, ਕਿ ਦਾਤੇ ਨੂੰ ਮੰਗ ਲਈਏ, ਦਾਤਾ ਹੀ ਘਰ ਵਿੱਚ ਆ ਜਾਵੇ ਤੇ ਦਾਤਾਂ ਆਟੋਮੈਟਿਕਲੀ ਆ ਜਾਣੀਆਂ। ਅਸੀਂ ਦਾਤੇ ਕੋਲੋਂ ਦਾਤਾਂ ਮੰਗੀਆਂ ਨੇ, ਦਾਤਾ ਨਹੀਂ। ਪਰ ਭੱਟ ਮਥਰਾ ਜੀ ਕਹਿ ਰਹੇ ਨੇ, ਉਹ ਸਰਬ ਮੈਂ ਅਰਜਨ ਗੁਰ, ਗੁਰੂ ਅਰਜਨ ਸਾਹਿਬ ਜਿਹੜਾ ਸਰਬ ਵਿਆਪਕ ਨੇ, ਮੇਰਾ ਰੱਬ ਹੀ ਉਹ ਹੈ। ਤੇ ਜਗਤਰ ਪਰ ਜਾਨੀਅਤ, ਜਗਤ ਦੇ ਵਿੱਚ ਉਹ ਪ੍ਰਗਟ ਹੈ, ਸੰਸਾਰ ਵਿੱਚ ਪ੍ਰਗਟ ਹੈ। ਉਹਦੇ ਦਰ ਤੋਂ ਮੰਗੋ। ਬਾਸੁਰ ਰਾਇਣ ਬਾਸ, ਤੇ ਨਾਲ ਨਾਲ ਗੁਣ ਵੀ ਦੱਸ ਰਹੇ ਨੇ ਕਿ ਮੇਰੇ ਮਾਲਕ ਦੇ ਵਿੱਚ ਆ ਗੁਣ ਨੇ। ਬਾਸੁਰ ਦਾ ਅਰਥ ਕਰਾਂਗੇ ਦਿਨ, ਰੈਣ ਦਾ ਅਰਥ ਕਰਾਂਗੇ ਰਾਤ, ਤੇ ਬਾਸ ਤੋਂ ਭਾਵ ਹੈ ਜਿਹੜੇ ਦਿਨੇ ਰਾਤ ਪਰਮਾਤਮਾ ਦੇ ਨਾਮ ਵਿੱਚ ਜੁੜੇ ਨੇ। ਜਾਂ ਕੋ ਹਿਤ ਨਾਮ ਸਿਉ, ਹਿਤ ਕਹਿੰਦੇ ਨੇ ਪ੍ਰੇਮ। ਤੇ ਆਪਾਂ ਪੜ੍ਹਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ, ਪ੍ਰੇਮ ਦੇ ਅਰਥ ਕਰ ਲਈਏ ਜਿਨ੍ਹਾਂ ਨੇ ਮੈਂ ਅੰਦਰੋਂ ਪਰੇ ਕਰ ਦਿੱਤੀ ਹੈ। ਅਸੀਂ ਪ੍ਰੇਮ ਦੇ ਅਰਥ ਕਰਨੇ ਪਿਆਰ, ਪਰ ਪਿਆਰ ਉੱਥੇ ਹੈ ਜਿੱਥੇ ਮੈਂ ਨਹੀਂ ਹੈਗੀ। ਜਿੱਥੇ ਮੈਂ ਹੈ ਉੱਥੇ ਤੂੰ ਨਹੀਂ ਹੋ ਸਕਦਾ, ਉੱਥੇ ਪ੍ਰੇਮ ਨਹੀਂ ਹੋ ਸਕਦਾ। ਹਾਂ, ਜੇ ਮੈਂ ਨੂੰ ਵਿੱਚੋਂ ਕੱਢ ਕੇ ਪਰਾਂ ਰੱਖ ਦਈਏ ਤੇ ਪ੍ਰੇਮ ਆਪਣੇ ਆਪ ਹੀ ਬਣ ਜਾਂਦਾ। ਪਰ ਜਿੱਥੇ ਮੈਂ ਹੈ ਉੱਥੇ ਪ੍ਰੇਮ ਨਹੀਂ ਹੈ। ਜਿੱਥੇ ਮੈਂ ਹੈ ਉੱਥੇ ਤੂੰ ਸ਼ਬਦ ਨਹੀਂ ਆਉਂਦਾ। ਵੇਖੋ, ਜਦੋਂ ਦੋ ਮਿੱਤਰ ਆਪਸ ਵਿੱਚ ਬੋਲਦੇ ਨੇ, ਜਦੋਂ ਬਹੁਤ ਗੂੜਾ ਪ੍ਰੇਮ ਹੋ ਜਾਂਦਾ ਹੈ, ਫਿਰ ਉੱਥੇ ਤੂੰ ਸ਼ਬਦ ਵਰਤਿਆ ਜਾਂਦਾ ਹੈ। ਇੰਨੀ ਨੇੜਤਾ ਜਦੋਂ ਹੋ ਜਾਂਦੀ ਹੈ, ਫਿਰ ਤੂੰ ਸ਼ਬਦ ਆ ਜਾਂਦਾ ਹੈ। ਫਿਰ ਜਦੋਂ ਤੂੰ ਸ਼ਬਦ ਆਉਂਦਾ, ਸਮਝ ਲਓ ਬਹੁਤ ਨੇੜਤਾ ਹੋ ਗਈ। ਤੇ ਰੱਬ ਦੇ ਪਿਆਰਿਆਂ ਦੇ ਵਿੱਚ ਵੀ ਜਦੋਂ ਪ੍ਰਮਾਤਮਾ ਦੇ ਨਾਲ ਇੰਨਾ ਮਿਲਾਪ ਹੋ ਜਾਂਦਾ ਹੈ, ਆਪਾਂ ਬਾਣੀ ਪੜ੍ਹਦੇ ਆ ਨਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਦੋਂ ਅੰਦਰੋਂ ਆਪਣਤ ਛੁੱਟ ਗਈ, ਹਉਮੈ ਨਿਕਲ ਗਈ, ਫਿਰ ਸਾਰੇ ਪਾਸੇ ਉਹ ਦਿਸਦਾ ਹੈ ਤੇ ਫਿਰ ਤੂੰ ਦੇ ਨਾਲ ਜੁੜ ਜਾਂਦਾ ਹੈ। ਜਬ ਹਮ ਹੋਤੇ ਤਬ ਤੂੰ ਨਹੀਂ। ਹਮ ਤੋਂ ਭਾਵ ਜਦੋਂ ਵਿੱਚ ਮੇਰੇ ਵਿੱਚ ਮੈਂ ਸੀ, ਉਦੋਂ ਤੂੰ ਨਹੀਂ, ਹੁਣ ਤੂੰ ਹੈ ਤੇ ਹੁਣ ਮੈਂ ਨਹੀਂ। ਭੱਟ ਮਥਰਾ ਜੀ ਕਹਿੰਦੇ ਨੇ, ਜਾਂ ਕੋ ਹਿਤ ਨਾਮ ਸਿਉ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਦਿਨੇ ਰਾਤ ਪਰਮਾਤਮਾ ਦੇ ਨਾਮ ਵਿੱਚ ਜੁੜੇ ਹੋਏ ਨੇ। ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ। ਵੈਰਾਗ ਦੀ ਮੂਰਤ ਨੇ। ਅਤੀਤ, ਅਤੀਤ ਤੋਂ ਭਾਵ ਹੈ ਤਿਆਗ। ਪੜਿਆ ਸੀ ਨਾ ਹੁਣੇ ਮੈਂ, ਤਿਆਗ ਕਿਹੋ ਜਿਹਾ ਹੋਣਾ ਚਾਹੀਦਾ? ਤਿਆਗ ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਪਰਿਵਾਰ ਨੂੰ ਨਹੀਂ, ਸੰਸਾਰ ਨੂੰ ਨਹੀਂ। ਮੇਰੇ ਸਾਹਿਬ ਜੀ ਕਹਿੰਦੇ ਨੇ, ਪਰਿਵਾਰ ਸੰਸਾਰ ਨੂੰ ਤਿਆਗਿਆ ਤੇ ਕਿਆ ਤਿਆਗਿਆ? ਤਿਆਗਣਾ ਤੇ ਹੈ ਜਿਹੜੇ ਵਿਕਾਰ ਨੇ। ਗ੍ਰਹਿ ਤਜ ਬੰਨ ਖੰਡ ਜਾਈਐ, ਚੁਨ ਖਾਈਐ ਕੰਦਾ, ਕਿਆ ਅਜੋਂ ਬੇਕਾਰ ਨਾ ਛੋੜਈ, ਪਾਪੀ ਮਨ ਮੰਦਾ।
ਜੇ ਸੰਸਾਰ ਨੂੰ ਛੱਡਿਆ, ਪਰਿਵਾਰ ਨੂੰ ਛੱਡਿਆ, ਪਰ ਜਿਹੜਾ ਮਨ ਨੂੰ ਵਿਕਾਰ ਲੱਗਾ ਹੈ ਉਹ ਤੇ ਨਹੀਂ ਨਾ ਛੱਡਿਆ ਗਿਆ। ਜੰਗਲਾਂ ਵਿੱਚ ਜਾ ਕੇ ਬਹਿ ਗਏ, ਪਹਾੜਾਂ ਦੀਆਂ ਖੁੰਦਰਾਂ ਵਿੱਚ ਜਾ ਕੇ ਬਹਿ ਗਏ, ਪਰ ਇਸ ਮਨ ਨੂੰ ਵਿਕਾਰਾਂ ਨੇ ਨਹੀਂ ਛੱਡਿਆ। ਵਿਕਾਰਾਂ ਨੂੰ ਛੱਡਣਾ ਸੀ, ਤਨ ਨੂੰ ਸੰਸਾਰ ਵਿੱਚ ਰੱਖ ਕੇ ਨਿਰੰਕਾਰ ਨਾਲ ਜੁੜਨਾ ਸੀ। ਭੱਟ ਮਥੁਰਾ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਵਾਕਿਆ ਹੀ ਤਿਆਗੀ ਹੋ। ਤੁਸੀਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਹੋ। ਨਾਮ ਦਾ ਤੁਹਾਨੂੰ ਰੰਗ ਚੜਿਆ ਹੋਇਆ ਹੈ, ਤੇ ਨਾਮ ਵਿੱਚ ਗੁਰੂ ਪਿਆਰਿਓ ਜਿਹੜਾ ਰੰਗਿਆ ਜਾਂਦਾ ਹੈ, ਭੱਟ ਜੀ ਕਹਿੰਦੇ ਨੇ ਬਾਸਨਾ ਤੇ ਬਾਹਰ, ਬਾਸਨਾ ਵਿਕਾਰ, ਤੁਸੀਂ ਵਾਸ਼ਨਾਵਾਂ ਤੋਂ ਮੁਕਤ ਹੋ। ਪੈ ਦੇਖੀਅਤ ਧਾਮ ਸਿਓ। ਹੁਣ ਮੈਂ ਇੱਕ ਇੱਕ ਸ਼ਬਦ ਪੜ੍ਹਦਾ, ਪਰ ਅਸੀਂ ਪਤਾ ਇਹਨੂੰ ਕਿਵੇਂ ਸ਼ਬਦ ਨੂੰ ਪੜ੍ਹ ਜਾਂਦੇ ਹਾਂ। ਪਰਮਾਤੀਤ ਪਰਮੇਸ਼ਰ ਕੈ ਰੰਗ, ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ। ਇਹਦੇ ਅਰਥ ਹੀ ਨਹੀਂ ਬਣਦੇ, ਸਾਨੂੰ ਫਿਰ ਪਤਾ ਨਹੀਂ ਲੱਗਦਾ, ਸਮਝ ਨਹੀਂ ਆਉਂਦੀ ਵੀ ਅਸੀਂ ਪੜ੍ਹ ਕੀ ਰਹੇ ਹਾਂ। ਆਪਣੇ ਆਪ ਨੂੰ ਸਮਝ ਨਹੀਂ ਆਉਂਦੀ। ਪਰ ਜੇ ਇਹਨੂੰ ਐਵੇਂ ਪੜ੍ਹੀਏ, ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ, ਵਿਸ਼ਰਾਮ ਟੁਕੜੇ ਲਾਈਏ। ਪਰਮ ਅਤੀਤ, ਪਰਮ ਤੋਂ ਭਾਵ ਹੈ ਬੈਰਾਗ ਦੀ ਮੂਰਤ ਹੋ ਤੁਸੀਂ, ਤਿਆਗ ਦੇ ਸਾਰਿਆਂ ਤੋਂ ਵੱਡੇ ਤਿਆਗੀ ਹੋ ਤੁਸੀਂ। ਕਾਮ ਕ੍ਰੋਧ ਲੋਭ ਨੂੰ ਤਿਆਗਿਆ ਹੈ। ਅੱਜ ਘਰ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਅਸੀਂ ਆਪਣੇ ਆਪ ਨੂੰ ਤਿਆਗ ਕਹਿੰਦੇ ਆ। ਤਿਆਗ ਦਿੱਤਾ, ਕੀ ਤਿਆਗਿਆ ਜੀ? ਘਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਸੰਸਾਰ ਛੱਡ ਦਿੱਤਾ, ਤਿਆਗ ਦਿੱਤਾ? ਨਹੀਂ, ਇੱਥੇ ਤੇ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਨਾ ਸੀ। ਤਿਆਗ ਤੇ ਇਹ ਹੈ ਜਿਹੜਾ ਅੰਦਰੋਂ ਜਿਹੜਾ ਮੋਹ ਜਿਹੜਾ ਹੈ, ਜਿਹੜਾ ਅੰਦਰ ਅਸੀਂ ਮੋਹ ਕਰਕੇ ਜੁੜੇ ਹੋਏ ਹਾਂ, ਮਮਤਾ ਜਿਹੜੀ ਹੈ ਉਹਦਾ ਤਿਆਗ ਕਰਨਾ। ਅਸੀਂ ਪੜ੍ਹਦੇ ਹਾਂ ਨਾ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਹੁਣ ਅੰਦਰ ਦਾ ਜਿਹੜਾ ਮੋਹ ਹੈ ਉਹ ਨਹੀਂ ਜਾ ਰਿਹਾ, ਅੰਦਰ ਦੀ ਜਿਹੜੀ ਪਕੜ ਹੈ ਸੰਸਾਰ ਦੀ ਉਹ ਨਹੀਂ ਜਾ ਰਹੀ, ਤੇ ਨਿਰੰਕਾਰ ਕਿਵੇਂ ਪ੍ਰਾਪਤ ਹੋਵੇ? ਸੰਸਾਰ ਦੀ ਪਕੜ ਛੱਡਣੀ ਪਏਗੀ, ਮਮਤਾ ਛੱਡਣੀ ਪਏਗੀ, ਨਿਰੰਕਾਰ ਦੀ ਪ੍ਰਾਪਤੀ ਹੋ ਜਾਏਗੀ। ਇਹ ਨਹੀਂ ਹੈ ਸੰਸਾਰ ਛੱਡਣਾ ਨਹੀਂ ਹੈ, ਇਹਦੀ ਪਕੜ ਛੱਡਣੀ ਹੈ, ਇਹਦੀ ਮਮਤਾ ਛੱਡਣੀ ਹੈ, ਇਹਦੀ ਮੈਂ ਛੱਡਣੀ ਹੈ। ਤੇ ਜਿਨ੍ਹਾਂ ਨੇ ਮੈਂ ਛੱਡ ਦਿੱਤੀ, ਮਮਤਾ ਛੱਡ ਦਿੱਤੀ, ਉਹ ਰਹਿੰਦੇ ਸੰਸਾਰ ਵਿੱਚ ਨਹੀਂ। ਜਿਵੇਂ ਫੁੱਲ ਕੌਲ ਦਾ, ਕੌਲ ਫੁੱਲ ਰਹਿੰਦਾ ਪਾਣੀ ਵਿੱਚ ਹੈ, ਤੇ ਪਾਣੀ ਹੈ ਤੇ ਉਹਦੀ ਹੋਂਦ ਹੈ, ਜੇ ਪਾਣੀ ਨਹੀਂ ਤੇ ਉਹਦੀ ਹੋਂਦ ਨਹੀਂ ਹੈ। ਰਹਿਣਾ ਪਾਣੀ ਵਿੱਚ ਹੈ, ਕੌਲ ਫੁੱਲ ਨੇ, ਪਰ ਖਿੜਿਆ ਰਹਿਣਾ ਹੈ। ਤੇ ਜੇ ਪਾਣੀ ਨਹੀਂ ਹੈ ਤੇ ਉਹਦਾ ਖਿੜਾਵ ਵੀ ਨਹੀਂ ਹੈ, ਖਤਮ ਹੋ ਜਾਏਗਾ। ਮੀਨਸ ਸੰਸਾਰ ਵਿੱਚ ਰਹਿ ਕੇ ਹੀ ਨਿਰੰਕਾਰ ਨਾਲ ਜੁੜਿਆ ਜਾ ਸਕਦਾ ਹੈ। ਸੰਸਾਰ ਵਿੱਚ ਰਹਿ ਕੇ ਹੀ ਪਰਵਤਗਾਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸਾਹਿਬ ਜੀ ਦੇ ਪ੍ਰਥਾਏ ਭੱਟ ਜੀ ਕਹਿੰਦੇ ਨੇ, ਪਰਮੇਸ਼ਰ ਕੈ ਰੰਗ ਰੰਗਿਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਸਾਨੂੰ ਜੀਵਨ ਦੀ ਜਾਚ ਦੱਸੀ ਹੈ ਕਿ ਜੇ ਰੱਬ ਨੂੰ ਪਾਉਣਾ, ਪ੍ਰਮਾਤਮਾ ਨੂੰ ਪਾਉਣਾ ਹੈ, ਤੇ ਸੰਸਾਰ ਨੂੰ ਛੱਡਣ ਦੀ ਲੋੜ ਨਹੀਂ ਹੈ। ਭੰਗਰ ਮਸ਼ੰਗਰ ਗੋਰਖਨਾਥ ਕਿੰਨੇ ਲੋਕ ਸਨ ਜਿਹੜੇ ਸੰਸਾਰ ਨੂੰ ਛੱਡ ਬੈਠੇ ਤੇ ਸ਼ਸਤਰਾਂ ਨੂੰ ਛੱਡ ਬੈਠੇ, ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਮ ਹੋ ਗਏ। ਤੁਸੀਂ ਸਾਨੂੰ ਦੱਸ ਦਿੱਤਾ ਹੈ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਵਾਸ਼ਨਾ ਤੇ ਬਾਹਰ, ਤੁਸੀਂ ਵਾਸ਼ਨਾਵਾਂ ਤੋਂ ਮੁਕਤ ਹੋ। ਪੈ ਦਾ ਅਰਥ ਕਰਾਂਗੇ ਪਰੰਤੂ, ਦੇਖੀਅਤ ਧਾਮ ਸਿਓ। ਪਰੰਤੂ ਤੁਸੀਂ ਰਹਿੰਦੇ ਗ੍ਰਿਸ਼ਟੀ ਵਿੱਚ ਹੋ, ਰਹਿੰਦੇ ਸੰਸਾਰ ਵਿੱਚ ਹੋ, ਪਰ ਜੁੜੇ ਨਿਰੰਕਾਰ ਨਾਲ। ਪੈ ਦੇਖੀਅਤ ਧਾਮ, ਧਾਮ ਕਹਿੰਦੇ ਨੇ ਘਰ ਨੂੰ, ਘਰ ਤੋਂ ਭਾਵ ਹੈ ਗ੍ਰਿਸ਼ਟੀ ਦੇ ਵਿੱਚ ਤੁਹਾਨੂੰ ਅਸੀਂ ਵੇਖਿਆ ਹੈ, ਪਰ ਗ੍ਰਿਸ਼ਟੀ ਵਿੱਚ ਰਹਿ ਕੇ ਤੁਸੀਂ ਨਿਰਲੇਪ ਹੋ। ਜੈਸੇ ਜਲ ਮੈਂ ਕਵਲ ਨਿਰਲੇਪ, ਜਿਵੇਂ ਜਲ ਦੇ ਵਿੱਚ ਕਮਲ ਹੈ ਉਹ ਨਿਰਲੇਪ ਹੈ, ਚਿੱਕੜ ਵਿੱਚ ਪਾਣੀ ਵਿੱਚ ਕੌਲ ਫੁੱਲ ਹੈ, ਪਰ ਉਹਦਾ ਖਿੜਾਵ ਵੱਖਰਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਗ੍ਰਿਸ਼ਤੀ ਵਿੱਚ ਰਹਿ ਕੇ ਸੰਸਾਰ ਨਾਲ ਨਹੀਂ, ਨਿਰੰਕਾਰ ਨਾਲ ਜੁੜੇ ਹੋ, ਪਰਵਤਗਾਰ ਪਰਮੇਸ਼ਰ ਨਾਲ ਜੁੜੇ ਹੋ। ਕਿਆ ਆਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ। ਅਪਰ ਪਰੰਪਰ ਪੁਰਖ, ਪੁਰਖ ਤੋਂ ਕਰਾਂਗੇ ਭਾਵ ਪਰਮਾਤਮਾ, ਬੇਅੰਤ ਹਰੀ ਵਾਹਿਗੁਰੂ।
ਪਰਮੇਸ਼ਰ ਜਿਹੜਾ ਆਗਮ ਆਗੋਚਰ ਆ, ਜਿੱਥੋਂ ਤੱਕ ਸਾਡੀ ਸੋਚ ਵੀ ਨਹੀਂ ਜਾ ਸਕਦੀ, ਸਾਡੀ ਵਿਚਾਰ ਵੀ ਨਹੀਂ ਉੱਥੋਂ ਤੱਕ ਪਹੁੰਚ ਸਕਦੀ, ਉਸ ਅਕਾਲ ਪੁਰਖ ਜਿਸ ਨੂੰ ਕਹਿੰਦੇ ਆ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਸੰਸਾਰ ਵਿੱਚ ਇੱਕ ਹੀ ਪੁਰਖ ਹੈ, ਹੋਰ ਜਿੰਨੇ ਵੀ ਜੀਵ ਜੰਤੂ ਨੇ ਸਭ ਇਸਤਰੀਆਂ ਨੇ। ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਹੈ। ਤੇ ਕਿਆ ਉਸ ਪੁਰਖ ਦੇ ਨਾਲ ਤੁਹਾਡਾ ਪ੍ਰੇਮ ਹੈ, ਲੱਗਿਆ ਹੈ। ਬਿਨ ਭਗਵੰਤ, ਭਗਵੰਤ ਕਵਾਂਗੇ ਪ੍ਰਮਾਤਮਾ, ਰਸ ਨਹੀਂ ਔਰੈ ਕਾਮ ਸਿਉ। ਸਾਨੂੰ ਤੇ ਰਸ, ਕਿਸੇ ਨੂੰ ਜਿਭ ਦਾ ਰਸ ਹੈ, ਕਿਸੇ ਨੂੰ ਕੰਨ ਦਾ ਰਸ ਹੈ, ਕਿਸੇ ਨੂੰ ਤਨ ਦਾ ਰਸ ਹੈ। ਰਸ ਬੜੇ ਹੀ ਨੇ ਮਨੁੱਖ ਨੂੰ। ਕਿਸੇ ਨੂੰ ਅੱਖਾਂ ਨਾਲ ਵੇਖਣ ਦਾ ਰਸ ਹੈ। ਦਾਤਿਆ ਤੁਹਾਨੂੰ ਪਰਮਾਤਮਾ ਦੇ ਨਾਮ ਦਾ ਰਸ ਹੈ। ਦਿਨੇ ਰਾਤ ਤੁਸੀਂ ਉਸ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਭਿੱਜੇ ਰਹਿੰਦੇ ਹੋ। ਜਦੋਂ ਅਸੀਂ ਗੁਰੂ ਅਮਰਦਾਸ ਜੀ ਦਾ ਪਾਵਨ ਸ਼ਬਦ ਮੈਂ ਨਾਲ ਲਵਾਂ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਥ ਕਿਤੈ ਜਿਚਰ, ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਮਾਣਿਆ ਹੈ ਨਾ, ਇਸ ਰਸਨਾ ਦੇ ਨਾਲ, ਉਹਨਾਂ ਨੂੰ ਫਿਰ ਹੋਰ ਜਿਹੜੇ ਰਸ ਨੇ ਉਹ ਫਿੱਕੇ ਲੱਗਣ ਲੱਗ ਜਾਂਦੇ ਨੇ। ਉਹ ਫਿਰ ਐਵੇਂ ਜਿਵੇਂ ਅੱਜ ਦਾ ਹੁਕਮ ਆਇਆ ਗੁਰੂ ਸਾਹਿਬ ਜੀ ਦਾ, ਜੀਓ ਡਰਤ ਹੈ ਆਪਣਾ। ਉਹ ਗੁਰੂ ਅੱਗੇ ਅਰਦਾਸ ਕਰਦੇ ਨੇ, ਹੈ ਮੇਰੇ ਮਾਲਕ ਜੀ, ਜੀਓ ਡਰਤ ਹੈ ਆਪਣਾ, ਕੈਸੋਂ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਹੇ ਮੇਰੇ ਮਾਲਕ ਮੇਰੀ ਔਰ ਜਿੰਦੜੀ, ਜਦੋਂ ਸਮਝ ਲਓ ਮਨ, ਕਈ ਵਾਰੀ ਅਸੀਂ ਕਹਿ ਦਿੰਦੇ ਆ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਿਹਾ, ਪਾਤਸ਼ਾਹ ਕਿਸੇ ਸਿੱਖ ਨੇ ਆ ਕੇ ਕਿ ਮਨ ਜਿਹੜਾ ਹੈ ਨਾ ਕਾਬੂ ਨਹੀਂ ਆਉਂਦਾ, ਮਨ ਟਿਕਦਾ ਨਹੀਂ, ਮਨ ਇੱਧਰ ਉੱਧਰ ਦੌੜਦਾ ਹੈ, ਮਨ ਕਾਬੂ ਵਿੱਚ ਨਹੀਂ ਆਉਂਦਾ। ਤੇ ਪਾਤਸ਼ਾਹ ਕਹਿੰਦੇ ਨੇ ਬਸ ਜੀ ਹੁਣ ਪਤਾ ਲੱਗ ਗਿਆ ਨਾ, ਮਨ ਕਾਬੂ ਵਿੱਚ ਨਹੀਂ ਆਉਂਦਾ, ਦੌੜਦਾ ਹੈ, ਨਸ ਭੱਜ ਕਰਦਾ ਹੈ, ਪਕੜਨ ਵਿੱਚ ਨਹੀਂ ਆਉਂਦਾ। ਤੇ ਜੇ ਪਤਾ ਲੱਗ ਗਿਆ ਹੈ ਤੇ ਹੁਣ ਪਕੜ ਵਿੱਚ ਵੀ ਆ ਜਾਏ। ਜੇ ਪਤਾ ਹੀ ਨਹੀਂ ਨਾ ਲੱਗਾ ਕਿਸੇ ਗੱਲ ਦਾ ਤੇ ਉਹਦਾ ਹੋ ਹੀ ਨਹੀਂ ਸਕਦਾ। ਪਰ ਜੇ ਕਿਸੇ ਵਸਤੂ ਦਾ ਪਤਾ ਲੱਗ ਜਾਏ ਵੀ ਇਹ ਮੇਰੇ ਕੰਟਰੋਲ ਤੋਂ ਬਾਹਰ ਹੈ, ਤੇ ਕੋਈ ਮਨੁੱਖ ਹੀਲਾ ਜ਼ਰੂਰ ਕਰਦਾ ਹੈ, ਵਸੀਲਾ ਮਿਲ ਜਾਂਦਾ ਹੈ। ਜਿੰਨਾ ਚਿਰ ਸਾਨੂੰ ਇਹ ਹੀ ਨਹੀਂ ਪਤਾ ਲੱਗਾ ਕਿ ਵੀ ਅਸੀਂ ਗੁਰੂ ਤੋਂ ਵਿਛੜੇ ਹਾਂ ਤੇ ਮਿਲਾਪ ਵਾਲਾ ਕਿਵੇਂ ਮਾਰਗ ਚੁਣਾਂਗੇ, ਜਿੰਨਾ ਚਿਰ, ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ ਵਿਛੋੜਾ ਜਿਹੜਾ ਹੈ ਨਾ, ਇਹ ਕਿਵੇਂ ਸਾਡਾ ਰੱਬ ਨਾਲੋਂ ਪਿਆ ਹੈ। ਪਹਿਲਾ ਪਿਆਰ ਲੱਗਾ ਥਣ ਦੁੱਧ। ਜੇ ਮਨ ਕਾਬੂ ਤਾਂ ਆਏਗਾ ਜੇ ਸਾਡਾ ਮਨ ਇਹ ਪਤਾ ਲੱਗ ਗਿਆ ਕਿ ਅਸੀਂ ਰੱਬ ਨਾਲ ਵਿਛੜੇ ਪਏ ਆ। ਜੇ ਵਿਛੋੜਾ ਤਾਂ ਸਾਨੂੰ ਪਤਾ ਲੱਗ ਗਿਆ, ਜੇ ਅਸੀਂ ਵਿਛੜੇ ਆ ਤੇ ਮਿਲਾਪ ਵੱਲੇ ਤਾਂ ਤੁਰਾਂਗੇ। ਕਿਆ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਹ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾ। ਗੱਲ ਕੀ ਹੈ? ਇਹ ਸਾਨੂੰ ਗੁਰੂ ਕੀ ਬਾਣੀ ਦੱਸਦੀ ਹੈ ਕਿ ਮਨੁੱਖ ਤੇਰਾ ਰੱਬ ਦੇ ਨਾਲੋਂ ਵਿਛੋੜਾ ਐਵੇਂ ਬਣ ਗਿਆ। ਤੇ ਜੇ ਸਾਨੂੰ ਪਤਾ ਲੱਗ ਗਿਆ ਵਿਛੋੜਾ ਬਣਿਆ ਹੈ ਤੇ ਮਿਲਾਪ ਦਾ ਮਾਰਗ ਤਾਂ ਚੁਣਿਆ ਜਾਏਗਾ, ਉਸ ਪਾਸੇ ਅਸੀਂ ਤਾਂ ਆਵਾਂਗੇ। ਤੇ ਜੇ ਸਾਨੂੰ ਪਤਾ ਹੀ ਨਹੀਂ ਵਿਛੋੜਾ ਪਿਆ ਹੈ ਕਿ ਨਹੀਂ, ਤੇ ਫਿਰ ਮਿਲਾਪ ਦਾ ਮਾਰਗ, ਜੇ ਸਾਨੂੰ ਪਤਾ ਹੀ ਨਹੀਂ ਕਿ ਮਨ ਸਾਡਾ ਕਾਬੂ ਵਿੱਚ ਨਹੀਂ ਆਉਂਦਾ, ਇੱਧਰ ਉੱਧਰ ਦੌੜਦਾ ਹੈ, ਨੱਸਦਾ ਹੈ, ਤੇ ਫਿਰ ਕਾਬੂ ਵਾਲੇ ਪਾਸੇ ਕਿਵੇਂ ਆਵਾਂਗੇ? ਮੰਨ ਲਓ ਜਿੱਦਣ ਸਾਡੇ ਮਨ ਵਿੱਚ ਇਹ ਸ਼ੁਰੂ ਹੋ ਗਿਆ ਕਿ ਸਾਡਾ ਮਨ ਕਾਬੂ ਨਹੀਂ ਆਉਂਦਾ, ਉਦਣ ਅਸੀਂ ਇਹਦੇ ਹਿੱਲੇ ਵਿੱਚ ਵੀ ਜੁੜ ਜਾਵਾਂਗੇ। ਮੇਰੇ ਸਾਹਿਬ ਜੀ ਦੇ ਪਰਥਾਏ ਭੱਟ ਜੀ ਕਹਿ ਰਹੇ ਨੇ, ਬਿਨ ਭਗਵੰਤ, ਰੱਬ ਤੋਂ ਬਿਨਾ ਇਲਾਵਾ ਉਹਨਾਂ ਦੇ ਮਨ ਵਿੱਚ ਹੋਰ ਕੁਝ ਹੈ ਨਹੀਂ ਕਿ ਉਹ ਹਰੀ ਪਰਮਾਤਮਾ ਦੇ ਨਾਮ ਦਾ ਰਸ ਦਿਨੇ ਰਾਤ ਮਾਣਦੇ ਨੇ, ਨਾਮ ਦੇ ਰਸੀਏ ਨੇ। ਤੇ ਭੱਟ ਜੀ ਕਹਿੰਦੇ ਨੇ, ਤੇ ਜਨ ਜਾਚੋ, ਹੇ ਲੋਗੋ, ਤੁਸੀਂ ਉਹਦੇ ਦਰ ਤੋਂ ਮੰਗੋ। ਤੇ ਜਦੋਂ ਉਹਦੇ ਦਰ ਦੀ ਗੱਲ ਆਈ ਨਾ, ਮੈਂ ਨਾਲ ਹੋਰ ਥੋੜਾ ਜਿਹਾ ਅੱਗੇ ਚੱਲਾਂ। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੰਮ੍ਰਿਤਸਰ ਸਰੋਵਰ ਦੀ ਅਤੇ ਇਸ ਨਗਰ ਦੀ ਉਸਾਰੀ ਕਰਾ ਰਹੇ ਨੇ, ਇੱਥੇ ਵੀ ਕਿਸੇ ਨੇ ਆ ਕੇ ਪੁੱਛਿਆ ਸੀ, ਪਾਤਸ਼ਾਹ ਇਸ ਅੰਮ੍ਰਿਤਸਰ ਦੀ ਸਿਫਤ ਦੱਸੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਅਸਥਾਨ ਦੀ ਸਿਫਤ ਇਹ ਦੱਸੀ
गुरु अर्जन साहब महाराज ने कि इस स्थान ते गुरु नानक साहब महाराज दे चरण पए ने। गुरु नानक साहब महाराज दी चरण छो स्थान है। ते धन गुरु अमरदास नाना गुरु जी ने पिता गुरु रामदास जी नूं कहा सी इस नूं वसाओ, इत्थे मोड़ी गढ़ के इस धरती नूं भाग लाओ। इस धरती नूं भाग लाउण लई गुरु रामदास पिता जी ने आए ते इस धरती नूं भाग लाया। इहदा नाम पहला गुरु का चक पिया, फिर रामसर, ते उस तो बाद धन गुरु अर्जन साहब महाराज जी दे समय इहदा नाम प्रचलित उदों हो गया सी अमृतसर सिफती दा घर। जिथे असीं कहने ना लाहौर शहर जहर कहर सवा पैर, उत्थे एक सिफती दा घर अमृत दा सोमा धन गुरु अर्जन साहब महाराज जी कहते हैं एक सिफती दा घर अमृतसर है। ते इहदी सिफत दसदियां कह रहे सन कि धन गुरु अमरदास महाराज ने आख्या है कि कलयुग विच जीवां दी जिहड़ी ना आयु बहुत छोटी होवेगी, बुद्ध मोटी होवेगी, उमर छोटी होवेगी ते बुद्ध मोटी होवेगी। अज असी वैसे तो ये सोचने भी साड़ी बुद्धि जड़ी बड़ी बरीक है, बड़े तीक्ष्ण बुद्धि वाले, बड़े अकलवंद हाँ, सियाणे आ, पर गुरु साहब जी सानू किस नज़र नाल वेखदे ने? क्या उमर जड़ियां आरजावां होणगियां छोटियां होणगियां ते बुद्ध जिहड़ी है सब दी मोटी होवेगी, भाव ज्ञान तो वांझी होणगी। संसारी ज्ञान तो होवेगा पर गुरु दा ज्ञान नहीं होवेगा। गुरु दा ज्ञान लैण वास्ते गुरु साहब जी ने इस थां दे उत्ते तीर्थ दी एक उसारी कीती है। ते उस उसारी नूं जदों करदे ने रहण वास्ते मनुखता नूं घर देंदे ने। बाजार बहुत वड्डा बनाया जिस विच 52 तरह के कित्ते करन वाले, व्यापार करन वाले इत्थे सतगुरु ने वसाए ने। सरोत कहते ने उसारी, फिर लवाई अमृतसर, नाले सर बने, नाले बने नगर विच घर, नाले सरोवर। सरोवर केड़े? रामसर, रामदास सरोवर, कौलसर, बबेखसर, ये जिहड़े सरोवर ने 5 सरोवर गुरु साहब जी ने बनाए। रामसर जिहड़ा रामदास सरोवर, नीका जो नहावै सो कुल तरावै, उधार होवा है जी का। कई बारी असीं इस नूं कंडेम करदे आ, पर जे भाई गुरदास जी दे असीं पावन बचन पढ़ीए ना ते भाई गुरदास जी कहंदे ने पूਰਨ ताल खटाया अमृतसर विच जोत जगावै। बैठा सोढी पातशाह, सोढी पातशाह तो भाव है धन गुरु रामदास महाराज। सतगुरु रामदास कहावै, सोढी पातशाह बैठे ने, रामदास गुरु अखबारे ने। ये जिहड़ा ताल सतगुरु जी ने सरोवर की खुदवाई करवाई, इत्थे सिख सेवक संगतां आके जदों स्नान करदियां ने, तन करके निरोग ते मन करके जदों गुरु दा ज्ञान, गुरु दी बाणी दे नाल जुड़दे ने, मन करके निरोग होते ने। इतिहासकारां ने कहा है कि जदों बाबा श्री चंद धन गुरु रामदास महाराज दे दर्शन करते ने ते गुरु रामदास महाराज दी जिहड़ी निमरता है, निमरता जिहड़ी है उसनूं वेख के ना बाबा श्री चंद गुरु नानक साहब महाराज दे वड्डे सपुत्र की कहंदे ने, तुमरी महिमा अदक है। धन गुरु रामदास जी नूं कहंदे ने तुमरी महिमा अदक है, कहिए कहाँ बनाए, तुमरे सर मह जो मजह पापी भी गत पाए। हुण ये बाबा श्री चंद जी कह रहे ने तुहाडी महिमा धन गुरु रामदास महाराज जी बड़ी बेअंत है। ते जिहड़ा तुसीं इह सरोवर की रचना कीती है ना, तुमरे सर मह जो मजह, मजह तो भाव है स्नान करेगा, पापी भी गत पाए, वो पापी भी तर जाणगे।
ਤੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਗੁਰਬਾਣੀ ਵਿੱਚ ਪੜ੍ਹਦੇ ਆ। ਇੱਥੇ ਇਹਦਾ ਅਰਥ ਐਵੇਂ ਵੀ ਕੀਤਾ ਜਾਂਦਾ ਹੈ, ਰਾਮਦਾਸ ਸਰੋਵਰ ਨਹਾਤੇ। ਰਾਮ ਦੇ ਦਾਸਾਂ ਦੇ ਸਰੋਵਰ ਵਿੱਚ। ਰਾਮ ਦੇ ਦਾਸ ਕਿਹੜੇ ਨੇ? ਜਿਹੜੇ ਗੁਰੂ ਦੇ ਬਾਣੀ ਪੜ੍ਹਦੇ, ਗੁਰੂ ਦੀ ਬਾਣੀ ਨਾਲ ਜੁੜੇ ਹੋਏ ਨੇ, ਜਿਹੜੇ ਭਾਈ ਗੁਰੂ ਦੀ ਸੰਗਤ ਕਰਦੇ ਨੇ, ਜਿਹੜੇ ਰੱਬ ਦੇ ਦਾਸ, ਰੱਬ ਦੇ ਸੇਵਕ, ਦਿਨੇ ਰਾਤ ਬਾਣੀ ਨਾਲ ਜੁੜੇ ਹੋਏ ਨੇ, ਜਿਹੜੇ ਉਹਨਾਂ ਦੀ ਸੰਗਤ ਕਰਨਗੇ ਉਹ ਵੀ ਭਵ ਸਾਗਰ ਤੋਂ ਪਾਰ ਹੋ ਜਾਣਗੇ। ਉਹਨਾਂ ਦੇ ਵੀ ਮਨ ਦੀ ਮੈਲ ਲੈ ਜਾਏਗੀ। ਭਰੀਐ ਮਤ, ਪਾਪਾਂ ਦੇ ਨਾਲ ਮਤ ਭਰੀ ਪਈ ਹੈ। ਉਹ ਧੋਪੈ ਨਾਮ ਹੈ ਪ੍ਰਮਾਤਮਾ ਦੇ ਨਾਮ ਨਾਲ। ਜਿਵੇਂ ਤਨ ਮੈਲ ਸਾਫ਼ ਹੁੰਦੀ ਹੈ ਪਾਣੀ ਨਾਲ, ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਮਤ ਮੈਲੀ ਹੋਈ ਹੈ ਉਹ ਗੁਰੂ ਦੀ ਬਾਣੀ ਨਾਲ। ਭਰੀਐ ਮਤ ਪਾਪਾਂ ਕੈ ਸੰਗ। ਹੁਣ ਪਾਪ ਕਿਹੜੇ ਨੇ? ਇੱਕ ਤੇ ਮਨੁੱਖ ਕੋਈ ਗੁਨਾਹ ਕਰਦਾ ਹੈ, ਕੋਈ ਹੱਥਾਂ ਨਾਲ ਕੰਮ ਕਰੇ, ਉਹਨੂੰ ਉਸੇ ਵੇਲੇ ਸਜ਼ਾ ਮਿਲ ਜਾਂਦੀ ਹੈ। ਲੋਕ ਫੜ ਕੇ ਉਸ ਨੂੰ ਸਜ਼ਾ ਦਵਾ ਦਿੰਦੇ ਨੇ। ਸਜ਼ਾ ਮਿਲ ਗਈ, ਜਿਹੜਾ ਨੇ ਹੱਥਾਂ ਨਾਲ ਕੰਮ ਕੀਤਾ ਉਹਨੂੰ ਸਜ਼ਾ ਮਿਲ ਗਈ। ਪਰ ਪਾਪ ਜਿਹੜੇ ਨੇ, ਜਿਹੜੇ ਸਾਡੇ ਅੰਦਰ ਚੱਲ ਰਹੇ ਨੇ, ਜਿਨ੍ਹਾਂ ਨੂੰ ਅਸੀਂ ਗੁਪਤ ਕਹਿੰਦੇ ਆ, ਸਾਡੇ ਅੰਦਰ ਮਾੜੇ ਖਿਆਲ, ਮਾੜੇ ਫੁਰਨੇ, ਇਹ ਪਾਪ ਨੇ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਚਿੱਤਰ ਗੁਪਤ ਜਬ ਲੇਖਾ ਮੰਗੈ। ਗੁਪਤ ਚਿੱਤਰ, ਗੁਪਤ ਖਿਆਲ ਜਿਹੜੇ ਸਾਡੇ ਅੰਦਰ ਚੱਲ ਰਹੇ ਨੇ, ਇਹਨਾਂ ਦਾ ਵੀ ਸਾਨੂੰ ਹਿਸਾਬ ਕਿਤਾਬ ਦੇਣਾ ਪੈਣਾ। ਇੱਕ ਤੇ ਸਾਡੇ ਨਾਲ ਪਰਉਪਕਾਰ ਕਰ ਰਿਹਾ, ਇੱਕ ਤੇ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਕਰ ਰਿਹਾ ਹੈ, ਪਰ ਅਸੀਂ ਉਸ ਦੇ ਪਰਥਾਏ ਮਨ ਦੇ ਵਿੱਚ ਖਿਆਲ ਮਾੜੇ ਆ ਰਹੇ ਨੇ, ਮਾੜੇ ਫੁਰਨੇ ਫੁਰ ਰਹੇ ਨੇ। ਸੱਚ ਜਾਣਿਓ, ਜਿਹੜੇ ਮਾੜੇ ਫੁਰਨੇ ਫੁਰਦੇ ਨੇ, ਮਾੜੇ ਖਿਆਲ ਨੇ, ਇਹਨਾਂ ਨੂੰ ਹੀ ਪਾਪ ਕਿਹਾ ਜਾਂਦਾ ਹੈ। ਤੇ ਇਹਨਾਂ ਦਾ ਵੀ ਹਿਸਾਬ ਕਿਤਾਬ ਦੇਣਾ ਪੈਣਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਕਿਉਂਕਿ ਇਹਨਾਂ ਦਾ ਲੇਖਾ ਜੋਖਾ ਇੱਥੇ ਉੱਥੇ ਕਿਉਂ ਹੋਣਾ ਕਿ ਜਿਹੜੇ ਸਾਡੇ ਅੰਦਰ ਫੁਰਨੇ ਫੁਰੇ ਨੇ, ਨਾਲ ਦੇ ਨੂੰ ਤੇ ਪਤਾ ਨਹੀਂ ਹੈ ਵੀ ਉਹਨੂੰ ਸਾਡੇ ਬਾਰੇ ਪਤਾ ਹੀ ਨਹੀਂ ਹੈ ਵੀ ਮੈਂ ਇਹਦੇ ਬਾਰੇ ਕੀ ਸੋਚ ਰਿਹਾ, ਤੇ ਇਹ ਮੇਰੇ ਬਾਰੇ, ਇਹਦੇ ਮਨ ਦੇ ਵਿੱਚ ਖਿਆਲ ਨਹੀਂ, ਕਿਹੋ ਜਿਹੇ ਇਹਦੇ ਅੰਦਰ ਫੁਰਨੇ ਫੁਰ ਰਹੇ ਨੇ, ਉਹਨੂੰ ਨਹੀਂ ਪਤਾ। ਇਹ ਰੱਬ ਨੂੰ ਪਤਾ ਹੈ, ਪਰਮਾਤਮਾ ਨੂੰ ਪਤਾ ਹੈ, ਅੰਤਰਜਾਮੀ ਦਾਤੇ ਨੂੰ ਪਤਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਜਿਹੜੇ ਤੇਰੇ ਅੰਦਰ ਮਾੜੇ ਖਿਆਲ, ਮਾੜੇ ਫੁਰਨੇ ਫੁਰੇ ਨੇ, ਇਹਨਾਂ ਦਾ ਵੀ ਲੇਖਾ ਦੇਣਾ ਪੈਣਾ ਹੈ। ਬਾਬਾ ਸ਼੍ਰੀ ਚੰਦ ਜੀ ਕਹਿ ਰਹੇ ਨੇ ਤੁਮਰੀ ਮਹਿਮਾ ਅਦਕ ਹੈ ਕਹੀਏ ਕਹਾਂ ਬਨਾਏ। ਤੁਮਰੇ ਸਰ ਮੈਂ ਜੋ ਮਜੈ ਪਾਪੇ ਪੀਗਤ ਪਾਏ। ਹੇ ਸਤਿਗੁਰੂ ਗੁਰੂ ਰਾਮਦਾਸ, ਤੁਹਾਡੇ ਸਰੋਵਰ ਦੇ ਵਿੱਚ ਜਿਹੜਾ ਇਸ਼ਨਾਨ ਕਰੇਗਾ ਪਾਪੇ ਵੀ ਤਰ ਜਾਏਗਾ। ਫਿਰ ਅੱਗੇ ਸਤਿਗੁਰੂ ਜੀ ਦੇ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਦੇ ਵਿੱਚ ਕਿਵੇਂ ਵਡਿਆਈਆਂ ਹੋ ਰਹੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਵੀ ਕਿਸੇ ਨੇ ਪੁੱਛਿਆ ਸੀ, ਸਤਿਗੁਰੂ ਜੀ ਸਿੱਖ ਦੱਸੋ ਕਿਹੋ ਜਿਹਾ ਹੋਵੇ, ਟੈਲੀਆ ਕਿਹੋ ਦਾ ਹੋਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਦੋਂ ਸਵਾਲ ਕੀਤਾ, ਪਾਤਸ਼ਾਹ ਨੇ ਕਿਹਾ ਸਿੱਖ ਦੀ ਜੇ ਪੁੱਛਦੇ ਹੋ ਤੇ ਸਿੱਖ ਕਿਹੋ ਜਿਹਾ ਹੋਵੇ? ਸਿੱਖ ਨਹੀਂ ਕੋਈ ਅੰਗਦ ਜੈਸਾ। ਵੇਖੋ ਸਿੱਖ ਦੀ ਜੇ ਗੱਲ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਿੱਖ ਕੋਈ ਗੁਰੂ ਅੰਗਦ ਸਾਹਿਬ ਮਹਾਰਾਜ ਵਰਗਾ ਨਹੀਂ ਹੋਣਾ। ਜੇ ਸਿੱਖ ਹੈ ਤੇ ਭਾਈ ਲਹਿਣਾ ਹੈ, ਬਾਬਾ ਲਹਿਣਾ ਹੈ ਗੁਰੂ ਦਾ ਸਿੱਖ। ਜੇ ਕਿਆ ਮੁਰਦਾ ਖਾਣਾ ਹੈ ਤੇ ਕਿਆ ਪਾਤਸ਼ਾਹ ਦੱਸੋ ਕਿਹੜੇ ਪਾਸੋਂ ਸ਼ੁਰੂ ਕਰਾਂ। ਜੇ ਅੱਜ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਕੰਡੇਮ ਕਰਦੇ ਹਾਂ ਕਿ ਵੀ ਕਿੱਕਰਾਂ ਤੋਂ ਘਰੇ ਮਠਿਆਈਆਂ ਝੜਦੀਆਂ ਨੇ, ਕਿਆ ਝੜਨ ਭਾਵੇਂ ਨਾ ਝੜਨ, ਸਾਡਾ ਤੇ ਕੰਮ ਹੈ ਗੁਰੂ ਦਾ ਹੁਕਮ ਮੰਨਣਾ। ਮੀਂਹ ਪੈ ਰਿਹਾ ਹੈ, ਕੰਧ ਬਣੇ ਭਾਵੇਂ ਨਾ ਬਣੇ, ਸਾਡਾ ਕੰਮ ਹੈ ਗੁਰੂ ਦਾ ਹੁਕਮ ਮੰਨਣਾ। ਹੁਕਮ ਮੰਨਿਆ ਹੋਵੇ ਪ੍ਰਵਾਨ। ਸਿੱਖ ਦਾ ਕੰਮ ਹੈ ਗੁਰੂ ਦਾ ਹੁਕਮ ਮੰਨਣਾ। ਸਿਰੇ ਚੜੇ ਨਾ ਚੜੇ ਚੜਾਉਣਾ ਮਾਲਕ ਨੇ ਹੈ। ਸਿੱਖ ਦਾ ਫਰਜ਼ ਹੈ ਹੁਕਮ ਮੰਨਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਿੱਖ ਨਹੀਂ ਕੋਈ ਅੰਗਦ ਜੈਸਾ, ਟਹਿਲਿਆ ਨਹੀਂ ਕੋਈ ਅਮਰਦਾਸ ਜਿਹਾ। ਜੇ ਟਹਿਲ ਦੀ ਗੱਲ ਕਰੋ, ਜੇ ਸੇਵਾ ਦੀ ਗੱਲ ਕਰੋ ਤੇ ਟਹਿਲਿਆ ਗੁਰੂ ਅਮਰਦਾਸ ਵਰਗਾ, ਬਾਬੇ ਅਮਰਦਾਸ ਵਰਗਾ ਨਹੀਂ ਹੋਣਾ। 12 ਵਰੇ 62 ਸਾਲ ਦੀ ਉਮਰ ਤੇ 12 ਵਰੇ ਗਾਗਰ ਢੋਏ ਜਾ ਰਹੇ ਨੇ।
ਗਾਗਰ ਢੋਂਦਿਆਂ ਫਿਰ ਨਿਥਾਵਾਂ ਵੀ ਅਖਵਾ ਰਹੇ ਨੇ, ਪ੍ਰੀਖਿਆ ਦੀਆਂ ਘੜੀਆਂ ਵਿੱਚੋਂ ਲੰਘ ਰਹੇ ਨੇ। ਅਮਰੂ ਨਥਾਵਾਂ ਵੀ ਟੁਕੜਿਆਂ ਤੇ ਪੜਨ ਵਾਲਾ ਵੀ ਅਖਵਾ ਰਿਹਾ। ਟਹਿਲੀਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਜੇ ਟਹਿਲੀਏ ਦੀ ਗੱਲ ਕਰਦੇ ਹੋ, ਸੇਵਾ ਦੀ ਗੱਲ ਕਰਦੇ ਹੋ, ਟਹਿਲ ਦੀ ਗੱਲ ਕਰਦੇ ਹੋ, ਤੇ ਬਾਬੇ ਅਮਰਦਾਸ ਵਰਗਾ ਕੋਈ ਨਹੀਂ। ਬਣ ਖੜੋਇਆ, ਅੱਜ ਤੱਕ ਕੋਈ ਬਣ ਕੇ ਨਹੀਂ ਖਲੋਤਾ ਕਿ ਬਾਬਾ ਅਮਰਦਾਸ ਵਰਗਾ ਕੋਈ ਟਹਿਲੀਆ ਹੋਵੇ। ਸਾਖ ਨਹੀਂ ਕੋਈ ਰਾਮਦਾਸ ਜੈਸਾ। ਜੇ ਸਾਖ ਦੀ ਗੱਲ ਕਰੀਏ, ਰਿਸ਼ਤੇਦਾਰੀ ਦੀ ਗੱਲ ਕਰੀਏ, ਤੇ ਧੰਨ ਗੁਰੂ ਰਾਮਦਾਸ ਵਰਗਾ ਕੋਈ ਸਾਖ ਨਹੀਂ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਵਰਗਾ ਕੋਈ ਸਾਖ ਨਹੀਂ ਨਿਭਾ ਸਕਦਾ। ਧੰਨ ਗੁਰੂ ਅਮਰਦਾਸ ਜੀ ਦੇ ਦਮਾਦ ਨੇ, ਤੇ ਕਦੀ ਅੱਜ ਤੱਕ ਜਣਾਇਆ ਹੀ ਨਹੀਂ ਹੈ ਕਿ ਮੈਂ ਇਸ ਘਰ ਦਾ ਦਮਾਦ ਹਾਂ, ਮੈਂ ਇਸ ਘਰ ਦਾ ਜਵਾਈ ਭਾਈ ਹਾਂ। ਸਾਡੇ ਘਰਾਂ ਵਿੱਚ ਜੇਕਰ ਜਵਾਈ ਭਾਈ ਆ ਜਾਵੇ ਤੇ ਘਰ ਵਾਲਿਆਂ ਨੂੰ ਤੜਥੱਲੀ ਮੱਚੀ ਪਈ ਹੁੰਦੀ ਹੈ ਵੀ ਇਹਨੂੰ ਬਿਠਾਈਏ ਕਿੱਥੇ, ਇਹਨੂੰ ਭਾਈਏ ਕਿੱਥੇ, ਇਹਨੂੰ ਖਵਾਈਏ ਕੀ, ਕਿਧਰੇ ਗੁੱਸੇ ਨਾ ਹੋ ਜਾਏ। ਜੇ ਸਾਖ ਦੀ ਗੱਲ ਕਰੀਏ ਤੇ ਧੰਨ ਗੁਰੂ ਰਾਮਦਾਸ ਵਰਗਾ ਕੋਈ ਸਾਖ ਨਹੀਂ ਹੋ ਸਕਦਾ। ਬਰਸ 28 ਸੇਵਕੀ ਕੀਤੀ ਸਹੁਰੇ ਨਹੀਂ ਜਾਤੇ। 28 ਵਰੇ ਲਗਭਗ ਆਪ ਸੇਵਾ ਕਰਦੇ ਰਹੇ ਤੇ ਕਦੇ ਵੀ ਇਹ ਨਹੀਂ ਜਣਾਇਆ ਕਿ ਮੈਂ ਸਹੁਰੇ ਘਰ ਵਿੱਚ ਹਾਂ, ਮੈਂ ਸਹੁਰੇ ਘਰ ਵਿੱਚ ਆਇਆ ਵਾਂ। ਇਹ ਹੈ ਗੁਰੂ ਘਰ ਦੀ ਵਡਿਆਈ। ਇਹ ਵਡਿਆਈ ਜਿਹੜੀ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਸੋਂ ਸਿੱਖ ਪੁੱਛ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੱਸ ਰਹੇ ਨੇ। ਮੇਰਾ ਸਮਾਂ ਨਹੀਂ ਕਿ ਅੱਗੇ ਮੈਂ ਵਧਾਂ, ਮੈਂ ਇੰਨੇ ਬਚਨ ਕਹਿ ਕੇ ਸਮਾਪਤੀ ਕਰਦਾ। ਮੈਂ ਕੱਲ ਇਸੇ ਵਿਸ਼ੇ ਨੂੰ ਫਿਰ ਅੱਗੇ ਲਵਾਂਗਾ। ਪੁੱਤਰ ਨਹੀਂ ਕੋਈ ਅਰਜਨ ਜੈਸਾ। ਜੇ ਕੋਈ ਸਾਖ ਗੁਰੂ ਰਾਮਦਾਸ ਵਰਗਾ ਨਹੀਂ ਨਾ, ਤੇ ਪੁੱਤਰ ਵੀ ਕੋਈ ਗੁਰੂ ਅਰਜਨ ਸਾਹਿਬ ਵਰਗਾ ਨਹੀਂ ਹੈ। ਜੇ ਪੁੱਤਰ ਹੈ ਤੇ ਗੁਰੂ ਅਰਜਨ ਸਾਹਿਬ ਹੀ ਹੈ। ਕਿਵੇਂ ਗੁਰੂ ਸਾਹਿਬ ਜੀ ਦਾ, ਆਪਣੇ ਪਿਤਾ ਗੁਰੂ ਰਾਮਦਾਸ ਜੀ ਦਾ ਹੁਕਮ ਮੰਨਦੇ ਨੇ, ਕਿਵੇਂ ਉਸ ਹੁਕਮ ਨੂੰ ਫੁੱਲ ਚੜਾਉਂਦੇ ਨੇ। ਹੁਕਮ ਮੰਨਿਆ ਹੋਵੇ ਪ੍ਰਵਾਨ ਵਾਲੀ ਬਸਥਾ ਬਣਾਉਂਦੇ ਨੇ। ਇੱਕ ਪਾਸੇ ਪੁੱਤਰ ਪ੍ਰਿਥੀ ਚੰਦ ਵੀ ਹੈ, ਇੱਕ ਪਾਸੇ ਭਰਾ ਆਪ ਜੀ ਦਾ ਗੁਰੂ ਅਰਜਨ ਸਾਹਿਬ ਜੀ ਦਾ ਮਹਾਦੇਵ ਵੀ ਹੈ। ਕਿਵੇਂ ਪ੍ਰਿਥੀ ਚੰਦ ਦਾ ਖਿਆਲ ਕਿਸ ਤਰ੍ਹਾਂ ਦਾ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਕਿਵੇਂ ਜਿਹਾ ਹੈ। ਜੇ ਪਿਤਾ ਗੁਰੂ ਰਾਮਦਾਸ ਦਮਾਦ ਬਣ ਕੇ ਨਹੀਂ ਸੇਵਾ ਗੁਰੂ ਅਮਰਦਾਸ ਜੀ ਕੀਤੀ, ਸੇਵਕ ਬਣ ਕੇ ਕੀਤੀ ਹੈ, ਤੇ ਗੁਰੂ ਅਰਜਨ ਸਾਹਿਬ ਵੀ ਮਹਾਰਾਜ ਆਪਣੇ ਪਿਤਾ ਦੀ ਪਿਤਾ ਬਣ ਕੇ ਨਹੀਂ, ਕਿਵੇਂ ਸੇਵਕ ਬਣ ਕੇ ਸੇਵਾ ਕਰਦੇ ਨੇ, ਕਿਵੇਂ ਹੁਕਮ ਮੰਨਦੇ ਨੇ। ਇੱਥੋਂ ਆਪਾਂ ਕੱਲ ਵਿਚਾਰ ਫਿਰ ਸ਼ੁਰੂ ਕਰਾਂਗੇ। ਮੈਂ ਵਿਸ਼ਾ ਇਹ ਲਿਆ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭੱਟ ਕਿੰਨਾ ਨੇੜਿਓਂ ਹੋ ਕੇ ਵੇਖ ਰਹੇ ਨੇ, ਤੇ ਇੱਕ ਉਹ ਨੇ ਜਿਹੜੇ ਤੱਤਾ ਰੇਤਾ ਗੁਰੂ ਦੇ ਸੀਸ ਵਿੱਚ ਪਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ